ਸਤਿ ਸ੍ਰੀ ਅਕਾਲ ਜੀ। ਕਦੇ ਸੋਚਿਆ ਹੈ ਇੱਕ ਕੰਪਿਊਟਰ ਪ੍ਰੋਗਰਾਮ ਜਿਹੜਾ ਸਿਰਫ ਹਦਾਇਤਾਂ ਦੀ ਇੱਕ ਲਿਸਟ ਹੁੰਦਾ ਹੈ, ਉਹ ਅਚਾਨਕ ਸੋਚਣ, ਚੁਣਨ ਤੇ ਰਿਐਕਟ ਕਰਨ ਵਾਲੀ ਚੀਜ਼ ਕਿਵੇਂ ਬਣ ਜਾਂਦਾ ਹੈ? ਬਿਲਕੁਲ, ਅੱਜ ਅਸੀਂ ਉਸੇ ਜਾਦੂ ਦੀ ਗੱਲ ਕਰਾਂਗੇ। ਉਹ ਤਾਕਤ ਜਿਹੜੀ ਪ੍ਰੋਗਰਾਮਾਂ ਨੂੰ ਫੈਸਲੇ ਲੈਣ ਤੇ ਕੰਮਾਂ ਨੂੰ ਵਾਰ-ਵਾਰ ਕਰਨ ਦੀ ਸਮਰੱਥਾ ਦਿੰਦੀ ਏ। ਚਲੋ ਫਿਰ ਸ਼ੁਰੂ ਕਰਦੇ ਹਾਂ। ਤਾਂ ਸਵਾਲ ਹੀ ਹੈ ਇੱਕ ਪ੍ਰੋਗਰਾਮ ਜੋ ਸਿਰਫ ਇੱਕ ਲਾਈਨ ਤੋਂ ਬਾਅਦ ਦੂਜੀ ਲਾਈਨ ਚਲਾਉਂਦਾ ਹੈ, ਉਸ ਨੂੰ ਇੱਕ ਸਮਾਰਟ ਪ੍ਰੋਗਰਾਮ ਕਿਵੇਂ ਬਣਾਈਏ? ਇੱਕ ਅਜਿਹਾ ਪ੍ਰੋਗਰਾਮ ਜੋ ਹਾਲਾਤ ਦੇਖ ਕੇ ਆਪਣਾ ਰਸਤਾ ਖੁਦ ਬਦਲ ਸਕੇ। ਤੇ ਇਸ ਦਾ ਜਵਾਬ ਹੈ ਕੰਟਰੋਲ ਸਟੇਟਮੈਂਟਸ। ਦੇਖੋ, ਆਮ ਤੌਰ ਤੇ ਤਾਂ ਪ੍ਰੋਗਰਾਮ ਬਹੁਤ ਸਿੱਧਾ-ਸਾਦਾ ਹੁੰਦਾ ਹੈ। ਪਹਿਲੀ ਲਾਈਨ ਚਲਾਓ, ਫਿਰ ਦੂਜੀ, ਫਿਰ ਤੀਜੀ, ਬਸ ਇੱਕ ਸਿੱਧੀ ਲਾਈਨ 'ਚ। ਇਸ ਨੂੰ ਕਹਿੰਦੇ ਨੇ ਸੀਕੁਐਂਸ਼ੀਅਲ ਐਗਜ਼ੀਕਿਊਸ਼ਨ। ਪਰ ਸੋਚ ਕੇ ਦੇਖੋ, ਇਹ ਤਰੀਕਾ ਕਿੰਨਾ ਲਿਮਿਟਿਡ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪ੍ਰੋਗਰਾਮ ਸੱਚਮੁੱਚ ਸਮਾਰਟ ਹੋਵੇ, ਤਾਂ ਸਾਨੂੰ ਇਸ ਸਿੱਧੇ ਰਸਤੇ ਤੋਂ ਹਟਣਾ ਸਿੱਖਣਾ ਹੀ ਪੈਣਾ ਹੈ। ਤਾਂ ਅੱਜ ਅਸੀਂ ਕੀ ਦੇਖਾਂਗੇ? ਪਹਿਲਾਂ ਪ੍ਰੋਗਰਾਮ ਦੇ ਫਲੋ ਨੂੰ ਕੰਟਰੋਲ ਕਰਨ ਦੀਆਂ ਬੇਸਿਕ ਗੱਲਾਂ, ਫਿਰ ਫੈਸਲੇ ਲੈਣ ਲਈ ਬ੍ਰਾਂਚਿੰਗ, ਕੰਮਾਂ ਨੂੰ ਦੁਹਰਾਉਣ ਲਈ ਲੂਪਿੰਗ ਤੇ ਰਸਤਾ ਬਦਲਣ ਲਈ ਜੰਪਿੰਗ, ਤੇ ਅਖੀਰ ਵਿੱਚ ਅਸੀਂ ਆਪਣੀ ਪੂਰੇ ਪ੍ਰੋਗਰਾਮਿੰਗ ਟੂਲਕਿਟ ਤੇ ਇੱਕ ਨਜ਼ਰ ਮਾਰਾਂਗੇ। ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ। ਆਓ ਸਭ ਤੋਂ ਪਹਿਲਾਂ ਇਹ ਸਮਝੀਏ ਕਿ ਪ੍ਰੋਗਰਾਮ ਦੇ ਇਸ ਸਿੱਧੇ ਇੱਕ ਲਾਈਨ ਵਾਲੇ ਰਸਤੇ ਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ। ਅਤੇ ਇਸ ਦਾ ਹੱਲ ਹੈ, ਜਿਵੇਂ ਮੈਂ ਪਹਿਲਾਂ ਕਿਹਾ, ਕੰਟਰੋਲ ਸਟੇਟਮੈਂਟਸ। ਇਹ ਸਮਝੋ ਕਿ ਇਹ ਖਾਸ ਕਮਾਂਡਾਂ ਸਾਡੇ ਕੋਡ ਦਾ ਦਿਮਾਗ ਨੇ। ਇਹੀ ਨੇ ਜੋ ਪ੍ਰੋਗਰਾਮ ਨੂੰ ਦੱਸਦੀਆਂ ਨੇ ਕਿ ਓਕੇ, ਹੁਣ ਕਿਹੜਾ ਕੋਡ ਚਲਾਉਣਾ ਹੈ, ਜਾਂ ਇਸ ਕੰਮ ਨੂੰ ਵਾਰ-ਵਾਰ ਕਦੋਂ ਤੱਕ ਕਰਨਾ ਹੈ, ਜਾਂ ਫਿਰ ਇਸ ਹਿੱਸੇ ਨੂੰ ਛੱਡੋ ਤੇ ਸਿੱਧਾ ਅੱਗੇ ਵਧੋ। ਇਹ ਜਿਹੜਾ ਚਿੱਤਰ ਹੈ, ਇਹ ਸਾਡੀ ਪੂਰੀ ਗੱਲਬਾਤ ਦਾ ਇੱਕ ਕਿਸਮ ਦਾ ਮਾਸਟਰ ਪਲਾਨ ਹੈ। ਦੇਖੋ, ਕੰਟਰੋਲ ਸਟੇਟਮੈਂਟਸ ਨੂੰ ਅਸੀਂ ਮੋٹے ਤੌਰ ਤੇ 3 ਹਿੱਸਿਆਂ 'ਚ ਵੰਡ ਸਕਦੇ ਹਾਂ। ਪਹਿਲਾ, ਬ੍ਰਾਂਚਿੰਗ, ਯਾਨੀ ਫੈਸਲੇ ਲੈਣ ਲਈ। ਦੂਜਾ, ਲੂਪਿੰਗ, ਯਾਨੀ ਕਿਸੇ ਕੰਮ ਨੂੰ ਦੁਹਰਾਉਣ ਲਈ। ਅਤੇ ਤੀਜਾ, ਜੰਪਿੰਗ, ਜਦੋਂ ਪ੍ਰੋਗਰਾਮ ਦੇ ਰਸਤੇ 'ਚ ਕੋਈ ਅਚਾਨਕ ਮੋੜ ਲੈਣਾ ਹੋਵੇ। ਤਾਂ ਆਓ ਆਪਣੀ ਪਹਿਲੀ ਕੈਟੇਗਰੀ ਤੋਂ ਸ਼ੁਰੂ ਕਰੀਏ, ਬ੍ਰਾਂਚਿੰਗ। ਇਸ ਨੂੰ ਇੰਝ ਸਮਝੋ ਜਿਵੇਂ ਸੜਕ ਤੇ ਇੱਕ ਦੋਰਾਹਾ ਆ ਗਿਆ ਹੋਵੇ ਤੇ ਹੁਣ ਇੱਕ ਰਸਤਾ ਚੁਣਨਾ ਪਵੇਗਾ। ਬਸ ਬ੍ਰਾਂਚਿੰਗ ਸਟੇਟਮੈਂਟ ਸਾਡੇ ਪ੍ਰੋਗਰਾਮ ਨੂੰ ਬਿਲਕੁਲ ਇਹੀ ਕਰਨ ਦੀ ਤਾਕਤ ਦਿੰਦੀਆਂ ਨੇ। ਤਾਂ ਬ੍ਰਾਂਚਿੰਗ ਦਾ ਮੇਨ ਮਕਸਦ ਕੀ ਹੋਇਆ? ਪ੍ਰੋਗਰਾਮ ਨੂੰ ਚੋਣ ਕਰਨ ਦੀ ਤਾਕਤ ਦੇਣਾ। ਇਹ ਸਟੇਟਮੈਂਟਸ ਬਸ ਇੱਕ ਸ਼ਰਤ ਨੂੰ ਚੈੱਕ ਕਰਦੀਆਂ ਨੇ। ਜੇ ਸ਼ਰਤ ਸਹੀ ਹੈ ਤਾਂ ਪ੍ਰੋਗਰਾਮ ਇੱਕ ਰਸਤੇ ਤੇ ਤੁਰ ਪੈਂਦਾ ਹੈ, ਤੇ ਜੇ ਗਲਤ ਹੈ ਤਾਂ ਦੂਜੇ ਤੇ। ਸੀ ਪ੍ਰੋਗਰਾਮਿੰਗ 'ਚ ਬ੍ਰਾਂਚਿੰਗ ਲਈ ਸਾਡੇ ਕੋਲ 2 ਮੁੱਖ ਔਜ਼ਾਰ ਨੇ। ਇੱਕ ਹੈ ਇਫ ਐਲਸ ਸਟੇਟਮੈਂਟ। ਇਹਦਾ ਸਿਧਾਂਤ ਬੜਾ ਸੌਖਾ ਹੈ। ਜੇ ਇਹ ਸੱਚ ਹੈ ਤਾਂ ਇਹ ਕਰੋ, ਨਹੀਂ ਤਾਂ ਉਹ ਕਰੋ। ਦੂਜਾ ਹੈ ਸਵਿਚ ਕੇਸ, ਜਿਸ ਨੂੰ ਅਸੀਂ ਉਦੋਂ ਵਰਤਦੇ ਹਾਂ ਜਦੋਂ ਸਾਡੇ ਕੋਲ ਕਈ ਸਾਰੇ ਵਿਕਲਪ ਹੋਣ ਤੇ ਉਹਨਾਂ 'ਚੋਂ ਇੱਕ ਚੁਣਨਾ ਹੋ। ਖਾਸ ਕਰਕੇ ਸਵਿਚ ਸਟੇਟਮੈਂਟ ਦੀ ਗੱਲ ਕਰੀਏ ਤਾਂ ਇਸ ਦੀ ਖਾਸੀਅਤ ਇਹੀ ਹੈ ਕਿ ਜਦੋਂ ਬਹੁਤ ਸਾਰੇ ਵਿਕਲਪ ਹੋਣ ਤਾਂ ਇਹ ਕੋਡ ਨੂੰ ਬਿਲਕੁਲ ਸਾਫ਼-ਸੁਥਰਾ ਤੇ ਪੜ੍ਹਨ 'ਚ ਆਸਾਨ ਬਣਾ ਦਿੰਦੀ ਹੈ। ਇਸ ਨੂੰ ਇੱਕ ਰੈਸਟੋਰੈਂਟ ਦੇ ਮੈਨੂ ਵਾਂਗ ਸੋਚੋ। ਜਿਵੇਂ ਅਸੀਂ ਇੱਕ ਡਿਸ਼ ਚੁਣਦੇ ਹਾਂ ਤੇ ਬਸ ਉਹੀ ਆਰਡਰ ਹੋ ਜਾਂਦੀ ਹੈ, ਉਵੇਂ ਹੀ ਪ੍ਰੋਗਰਾਮ ਸਿੱਧਾ ਉਹੀ ਕੰਮ ਕਰਦਾ ਹੈ ਜੋ ਅਸੀਂ ਚੁਣਿਆ ਹੈ। ਆਓ ਇਸ ਉਦਾਹਰਣ ਤੇ ਇੱਕ ਨਜ਼ਰ ਮਾਰੀਏ। ਪ੍ਰੋਗਰਾਮ ਇੱਕ ਨੰਬਰ ਮੰਗ ਰਿਹਾ ਹੈ। ਮੰਨ ਲਓ ਕਿਸੇ ਨੇ 5 ਐਂਟਰ ਕੀਤਾ, ਤਾਂ ਸਵਿਚ ਸਟੇਟਮੈਂਟ ਕੀ ਕਰੇਗੀ? ਇਹ ਸਿੱਧਾ ਕੇਸ 5 ਤੇ ਛਾਲ ਮਾਰੇਗੀ, ਸਕਰੀਨ ਤੇ ਫਰਾਈਡੇ ਪ੍ਰਿੰਟ ਕਰ ਦੇਵੇਗੀ ਤੇ ਫਿਰ ਬ੍ਰੇਕ ਕਮਾਂਡ ਦੀ ਮਦਦ ਨਾਲ ਇਸ ਬਲੌਕ ਤੋਂ ਬਾਹਰ ਆ ਜਾਏਗੀ। ਦੇਖਿਆ ਕਿੰਨਾ ਸਿੱਧਾ ਤੇ ਤੇਜ਼ ਤਰੀਕਾ ਹੈ। ਅੱਛਾ, ਹੁਣ ਗੱਲ ਕਰਦੇ ਹਾਂ ਸਾਡੇ ਦੂਜੇ ਸ਼ਕਤੀਸ਼ਾਲੀ ਔਜ਼ਾਰ ਦੀ, ਯਾਨੀ ਕਿ ਲੂਪਿੰਗ ਦੀ। ਇੱਕ ਸਵਾਲ ਹੈ, ਜੇ ਕੋਈ ਕੰਮ 100 ਵਾਰ ਕਰਨਾ ਹੋਵੇ ਤਾਂ ਕੀ ਉਸ ਲਈ ਕੋਡ ਨੂੰ 100 ਵਾਰ ਲਿਖਿਆ ਜਾਵੇਗਾ? ਨਹੀਂ, ਬਿਲਕੁਲ ਨਹੀਂ। ਬਸ ਇੱਥੇ ਹੀ ਲੂਪ ਸਾਡੇ ਕੰਮ ਆਉਂਦੇ ਨੇ। ਤਾਂ ਲੂਪਿੰਗ ਸਟੇਟਮੈਂਟਸ ਕਰਦੀਆਂ ਕੀ ਨੇ? ਇਹ ਹਦਾਇਤਾਂ ਦੇ ਇੱਕ ਸੈੱਟ ਨੂੰ ਉਦੋਂ ਤੱਕ ਦੁਹਰਾਉਂਦੀਆਂ ਰਹਿੰਦੀਆਂ ਨੇ ਜਦੋਂ ਤੱਕ ਇੱਕ ਖਾਸ ਸ਼ਰਤ ਸਹੀ ਰਹਿੰਦੀ ਹੈ। ਤੇ ਇਹ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਸਾਡੇ ਪ੍ਰੋਗਰਾਮਾਂ ਨੂੰ ਛੋਟਾ ਤੇ ਬਹੁਤ ਜ਼ਿਆਦਾ ਕੁਸ਼ਲ ਬਣਾਉਂਦੀਆਂ ਨੇ। ਹੁਣ ਲੂਪਸ ਦੀਆਂ 2 ਮੇਨ ਕੈਟੇਗਰੀਆਂ ਨੇ ਤੇ ਇਹਨਾਂ ਵਿਚਲਾ ਫਰਕ ਸਮਝਣਾ ਬਹੁਤ ਜ਼ਰੂਰੀ ਹੈ। ਖੱਬੇ ਪਾਸੇ ਦੇਖੋ, ਇਹ ਹੈ ਪ੍ਰੀ ਟੈਸਟ ਲੂਪ। ਪ੍ਰੀ ਮਤਲਬ ਪਹਿਲਾਂ, ਯਾਨੀ ਇਹ ਲੂਪ 'ਚ ਵੜਨ ਤੋਂ ਪਹਿਲਾਂ ਹੀ ਸ਼ਰਤ ਚੈੱਕ ਕਰਦਾ ਹੈ। ਤੇ ਸੱਜੇ ਪਾਸੇ ਹੈ ਪੋਸਟ ਟੈਸਟ ਲੂਪ। ਪੋਸਟ ਮਤਲਬ ਬਾਅਦ 'ਚ। ਇਹ ਪਹਿਲਾਂ ਇੱਕ ਵਾਰ ਚੱਲਦਾ ਹੈ ਤੇ ਫਿਰ ਸ਼ਰਤ ਚੈੱਕ ਕਰਦਾ ਹੈ। ਇਸ ਫਰਕ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਵਾਈਲ ਤੇ ਡੂ ਵਾਈਲ ਲੂਪ ਦੀ ਤੁਲਨਾ ਕਰੀਏ। ਜਿਹੜਾ ਵਾਈਲ ਲੂਪ ਹੈ ਉਹ ਇੱਕ ਪ੍ਰੀ ਟੈਸਟ ਲੂਪ ਹੈ। ਇਸ ਦਾ ਮਤਲਬ ਹੋ ਸਕਦਾ ਹੈ ਇਹ ਇੱਕ ਵਾਰ ਵੀ ਨਾ ਚੱਲੇ ਜੇ ਸ਼ਰਤ ਸ਼ੁਰੂ 'ਚ ਹੀ ਗਲਤ ਹੋਵੇ। ਪਰ ਡੂ ਵਾਈਲ ਲੂਪ ਇੱਕ ਪੋਸਟ ਟੈਸਟ ਲੂਪ ਹੈ। ਇਹ ਹਮੇਸ਼ਾ ਘੱਟੋ-ਘੱਟ ਇੱਕ ਵਾਰ ਤਾਂ ਚੱਲੇਗਾ ਹੀ ਚੱਲੇਗਾ। ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਤੇ ਹੁਣ ਵਾਰੀ ਹੈ ਸਾਡੀ ਆਖਰੀ ਕੈਟੇਗਰੀ ਦੀ, ਜੰਪਿੰਗ। ਕਈ ਵਾਰੀ ਸਾਨੂੰ ਪ੍ਰੋਗਰਾਮ ਦੇ ਨਾਰਮਲ ਫਲੋ ਨੂੰ ਤੋੜ ਕੇ ਅਚਾਨਕ ਹੀ ਕਿਤੇ ਹੋਰ ਛਾਲ ਮਾਰਨ ਦੀ ਲੋੜ ਪੈਂਦੀ ਹੈ। ਬਸ ਜੰਪਿੰਗ ਸਟੇਟਮੈਂਟ ਸਾਨੂੰ ਇਹੀ ਕਰਨ ਦੀ ਇਜਾਜ਼ਤ ਦਿੰਦੀਆਂ ਨੇ। ਜੰਪਿੰਗ ਸਟੇਟਮੈਂਟਸ ਦਾ ਕੰਮ ਹੈ ਪ੍ਰੋਗਰਾਮ ਦੇ ਕੰਟਰੋਲ ਨੂੰ ਇੱਕ ਥਾਂ ਤੋਂ ਚੁੱਕ ਕੇ ਸਿੱਧਾ ਦੂਜੀ ਥਾਂ ਤੇ ਪਹੁੰਚਾਉਣਾ। ਇਹਨਾਂ ਨੂੰ ਕਿੱਥੇ ਵਰਤਿਆ ਜਾਂਦਾ ਹੈ? ਜਿਵੇਂ ਕਿਸੇ ਲੂਪ ਨੂੰ ਟਾਈਮ ਤੋਂ ਪਹਿਲਾਂ ਹੀ ਖਤਮ ਕਰਨਾ ਹੋਵੇ, ਜਾਂ ਲੂਪ ਦਾ ਕੋਈ ਇੱਕ ਚੱਕਰ ਛੱਡਣਾ ਹੋਵੇ, ਜਾਂ ਫਿਰ ਕੋਡ 'ਚ ਸਿੱਧਾ ਕਿਸੇ ਹੋਰ ਥਾਂ ਤੇ ਜਾਣਾ ਹੋਵੇ।
ਸਾਡੇ ਕੋਲ ਤਿੰਨ ਮੇਨ ਜੰਪਿੰਗ ਸਟੇਟਮੈਂਟਸ ਨੇ। ਪਹਿਲੀ ਹੈ ਬ੍ਰੇਕ, ਜਿਸ ਬਾਰੇ ਅਸੀਂ ਸਵਿਚ 'ਚ ਵੀ ਦੇਖਿਆ। ਇਹ ਕਿਸੇ ਲੂਪ ਜਾਂ ਸਵਿਚ ਨੂੰ ਤੁਰੰਤ ਬੰਦ ਕਰ ਦਿੰਦੀ ਹੈ। ਫਿਰ ਹੈ ਕੰਟੀਨਿਊ, ਇਹ ਲੂਪ ਦੇ ਮੌਜੂਦਾ ਚੱਕਰ ਨੂੰ ਛੱਡ ਦਿੰਦੀ ਹੈ ਤੇ ਸਿੱਧਾ ਅਗਲੇ ਚੱਕਰ ਤੋਂ ਸ਼ੁਰੂ ਕਰਦੀ ਹੈ। ਤੇ ਤੀਸਰੀ ਹੈ ਗੋਟੋ, ਜਿਹੜੀ ਪ੍ਰੋਗਰਾਮ ਦੇ ਕੰਟਰੋਲ ਨੂੰ ਸਿੱਧਾ ਇੱਕ ਖਾਸ ਲੇਬਲ ਵਾਲੀ ਥਾਂ ਤੇ ਭੇਜ ਦਿੰਦੀ ਹੈ। ਪਰ ਹਾਂ, ਗੋਟੋ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੋਡ ਨੂੰ ਕਾਫੀ ਉਲਝਾ ਸਕਦੀ ਹੈ। ਚਲੋ ਤਾਂ ਫਿਰ ਸਭ ਕੁਝ ਨੂੰ ਇਕੱਠਾ ਕਰਕੇ ਦੇਖੀਏ। ਹੁਣ ਸਾਡੇ ਪ੍ਰੋਗਰਾਮਿੰਗ ਦੇ ਬਕਸੇ ਵਿੱਚ ਕੁਝ ਬਹੁਤ ਹੀ ਕੰਮ ਦੇ ਔਜ਼ਾਰ ਆ ਗਏ ਨੇ। ਸਾਰੀ ਗੱਲ ਦਾ ਨਿਚੋੜ ਇਹ ਹੈ, ਫੈਸਲੇ ਲੈਣ ਲਈ ਸਾਡੇ ਕੋਲ ਨੇ ਬ੍ਰਾਂਚਿੰਗ ਸਟੇਟਮੈਂਟਸ ਜਿਵੇਂ ਇਫ ਤੇ ਸਵਿਚ। ਕੰਮਾਂ ਨੂੰ ਵਾਰ-ਵਾਰ ਕਰਨ ਲਈ ਸਾਡੇ ਕੋਲ ਨੇ ਲੂਪਿੰਗ ਸਟੇਟਮੈਂਟਸ ਜਿਵੇਂ ਫੋਰ, ਵਾਈਲ ਤੇ ਡੂ ਵਾਈਲ। ਅਤੇ ਪ੍ਰੋਗਰਾਮ ਦੇ ਫਲੋ ਨੂੰ ਆਪਣੀ ਮਰਜ਼ੀ ਨਾਲ ਬਦਲਣ ਲਈ ਸਾਡੇ ਕੋਲ ਨੇ ਜੰਪਿੰਗ ਸਟੇਟਮੈਂਟਸ ਜਿਵੇਂ ਗੋ ਟੂ, ਬ੍ਰੇਕ ਤੇ ਕੰਟੀਨਿਊ। ਬਸ ਇਹ ਤਿੰਨੋਂ ਮਿਲ ਕੇ ਹੀ ਸਾਡੇ ਪ੍ਰੋਗਰਾਮਾਂ ਨੂੰ ਅਸਲ 'ਚ ਤਾਕਤਵਰ ਬਣਾਉਂਦੇ ਨੇ। ਅਤੇ ਹੁਣ ਇੱਕ ਆਖਰੀ ਸਵਾਲ ਸੋਚਣ ਲਈ, ਜਦੋਂ ਸਾਡੇ ਕੋਲ ਇਹਨਾਂ ਬੁਨਿਆਦੀ ਔਜ਼ਾਰਾਂ ਦੀ ਸਮਝ ਹੈ ਤਾਂ ਜ਼ਰਾ ਸੋਚੋ ਕਿ ਇਹਨਾਂ ਨੂੰ ਮਿਲਾ ਕੇ ਕਿੰਨੇ ਜ਼ਿਆਦਾ ਗੁੰਝਲਦਾਰ, ਕਿੰਨੇ ਜ਼ਿਆਦਾ ਦਿਲਚਸਪ ਪ੍ਰੋਗਰਾਮ ਬਣਾਏ ਜਾ ਸਕਦੇ ਨੇ। ਅਸਲ 'ਚ ਸੰਭਾਵਨਾਵਾਂ ਦੀ ਕੋਈ ਹੱਦ ਨਹੀਂ। ਇਸ ਜਾਣਕਾਰੀ ਭਰਪੂਰ ਸਫ਼ਰ ਵਿੱਚ ਸ਼ਾਮਿਲ ਹੋਣ ਲਈ ਬਹੁਤ-ਬਹੁਤ ਧੰਨਵਾਦ।